ਸੰਗਤ ਜੀ, ਮੈਂ ਨਵਨੀਤ ਵਰਮਾ ਤੁਹਾਡੇ ਆਪਣੇ ਚੈਨਲ ਗੁਰੂ ਬੰਦਗੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅਗਰ ਤੁਸੀਂ satsang ਸਾਖੀਆਂ ਜਾਂ ਰੂਹਾਨੀ ਵਿਚਾਰ ਸੁਣਨਾ ਪਸੰਦ ਕਰਦੇ ਹੋ ਤੇ ਬੇਨਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਆਪਣਾ ਪਿਆਰ ਦਿਓ। ਸੰਗਤ ਜੀ, ਅੱਜ ਕੱਲ੍ਹ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਹੀ ਰਾਸਤੇ ਤੇ ਚੱਲਣ। ਉਹਨਾਂ ਦੀ ਪਰਵਰਿਸ਼ ਅਸੀਂ ਇਸ ਤਰ੍ਹਾਂ ਕਰੀਏ ਤਾਂ ਕਿ ਉਹ ਵੱਡੇ ਹੋ ਕੇ ਇੱਕ ਆਗਿਆਕਾਰੀ ਪੁੱਤਰ ਬਣਨ, ਆਗਿਆਕਾਰੀ ਧੀ ਬਣਨ। ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਬੱਚਾ ਬੁਰੇ ਰਾਸਤੇ ਤੇ ਨਾ ਚੱਲੇ, ਪਰਮਾਰਥ ਵੱਲ ਇਸ ਦਾ ਧਿਆਨ ਰਵੇ। ਪਰ ਆਖਿਰ ਨੂੰ ਹੁੰਦਾ ਉਹੀ ਹੈ ਜੋ ਉਸ ਦੀ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਹੈ। ਜ਼ਿਆਦਾਤਰ ਜੋ ਬੱਚੇ ਹੁੰਦੇ ਨੇ ਉਹ ਆਪਣੇ ਮਾਂ-ਬਾਪ ਤੋਂ ਸਿੱਖਦੇ ਨੇ। ਜਿੱਦਾਂ ਦਾ ਜੀਵਨ ਉਸਦੇ ਮਾਂ-ਬਾਪ ਜੀਂਦੇ ਨੇ, ਬੱਚਾ ਵੀ ਉੱਦਾਂ ਦਾ ਜੀਵਨ ਜੀਣਾ ਪਸੰਦ ਕਰਦਾ ਹੈ। ਜੇ ਅਸੀਂ ਬੱਚਿਆਂ ਨੂੰ ਸਹੀ ਰਾਸਤੇ ਤੇ ਪਾਉਣਾ ਚਾਹੁੰਦੇ ਹਾਂ ਤੇ ਸਾਨੂੰ ਸਹੀ ਰਾਸਤਾ ਚੁਣਨਾ ਪਵੇਗਾ, ਸਹੀ ਰਾਸਤੇ ਤੇ ਚੱਲਣਾ ਪਵੇਗਾ, ਕਿਉਂਕਿ ਬੱਚਾ ਜੋ ਦੇਖਦਾ ਹੈ ਉਹੀ ਸਿੱਖਦਾ ਹੈ। ਐਸੀ ਹੀ ਇੱਕ ਸਾਖੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਾਖੀ ਬਹੁਤ ਪਿਆਰੀ ਹੈ, ਪੂਰੀ ਸੁਣਨ ਦੀ ਕਿਰਪਾਲਤਾ ਕਰਨਾ ਜੀ। ਇੱਕ ਸਤਸੰਗੀ ਪਰਿਵਾਰ ਸੀ ਜਿਨ੍ਹਾਂ ਦਾ ਇੱਕ 8 ਸਾਲ ਦਾ ਬੱਚਾ ਸੀ। ਪਤੀ ਪਤਨੀ ਨੇ ਬਾਬਾ ਜੀ ਤੋਂ ਨਾਮਦਾਨ ਲਿਆ ਹੋਇਆ ਸੀ ਤੇ ਉਹ ਸੇਵਾ ਤੇ ਵੀ ਜਾਇਆ ਕਰਦੇ ਸੀ। ਪਤੀ ਪਤਨੀ ਨੇ ਜਦੋਂ ਕਿਤੇ ਸਵੇਰੇ ਭਜਨ ਤੇ ਬੈਠਣਾ ਹੋਵੇ ਤੇ ਉਹ ਆਪਣੇ ਮੁੰਡੇ ਨੂੰ ਕਹਿ ਦਿੰਦੇ ਸੀ ਕਿ ਜੇ ਕੋਈ ਆਵੇ ਤੇ ਉਹਨਾਂ ਨੂੰ ਕਹਿ ਦੇਵੀਂ ਕਿ ਮੰਮੀ ਪਾਪਾ ਬਾਜ਼ਾਰ ਗਏ ਨੇ, ਬਾਹਰ ਗਏ ਨੇ। ਉਸ ਬੱਚੇ ਨੇ ਇਸੇ ਤਰ੍ਹਾਂ ਕਰਨਾ। ਜਦ ਕਿਸੇ ਪੜੋਸੀ ਨੇ ਆਣਾ ਜਾਂ ਕਿਸੇ ਹੋਰ ਨੇ ਆਣਾ ਤੇ ਉਸ ਨੇ ਦਰਵਾਜ਼ੇ ਤੋਂ ਹੀ ਇਹ ਕਹਿ ਕੇ ਮੋੜ ਦੇਣਾ ਕਿ ਮੰਮੀ ਪਾਪਾ ਬਾਜ਼ਾਰ ਗਏ ਨੇ। ਉਸ ਨੇ ਕੀ ਕਰਨਾ, ਆਪਣੇ ਮਾਤਾ ਪਿਤਾ ਨੂੰ ਸਿਮਰਨ ਤੇ ਬੈਠੇ ਹੋਏ ਦੇਖਣਾ। ਜਦ ਉਸ ਦੇ ਮਾਤਾ ਪਿਤਾ ਨੇ ਭਜਨ ਸਿਮਰਨ ਤੋਂ ਉੱਠਣਾ ਤੇ ਬੱਚੇ ਨੇ ਪੁੱਛਣਾ ਕਿ ਤੁਹਾਨੂੰ ਇੱਦਾਂ ਬੈਠ ਕੇ ਕੀ ਮਿਲਦਾ ਹੈ। ਉਸ ਦੇ ਮਾਤਾ ਪਿਤਾ ਨੇ ਕਹਿਣਾ ਕਿ ਸਾਨੂੰ ਬਹੁਤ ਸੁੱਖ ਸ਼ਾਂਤੀ ਮਿਲਦੀ ਹੈ, ਸਾਨੂੰ ਬਹੁਤ ਆਨੰਦ ਆਉਂਦਾ ਹੈ। ਇਹ ਗੱਲ ਬੱਚੇ ਦੇ ਦਿਮਾਗ ਦੇ ਵਿੱਚ ਘਰ ਕਰ ਗਈ। ਉਹ ਵੀ ਜਦੋਂ ਉਸ ਦੇ ਮੰਮੀ ਪਾਪਾ ਨੇ ਸੋ ਜਾਣਾ, ਉਸ ਨੇ ਆਪਣੇ ਕਮਰੇ ਦੇ ਵਿੱਚ ਚੌਂਕੜੀ ਮਾਰ ਕੇ ਬੈਠ ਜਾਣਾ। ਉਸ ਬੱਚੇ ਨੂੰ ਬੈਠਣ ਦੇ ਵਿੱਚ ਇੰਨਾ ਆਨੰਦ ਆਉਣ ਲੱਗ ਗਿਆ, ਉਸ ਨੇ ਰੋਜ਼ ਰਾਤ ਨੂੰ ਕਈ ਘੰਟੇ ਚੌਂਕੜੀ ਮਾਰ ਕੇ ਬੈਠੇ ਰਹਿਣਾ। ਇੱਕ ਦਿਨ ਉਸ ਦੇ ਸਕੂਲ ਤੋਂ ਫੋਨ ਆਇਆ ਕਿ ਤੁਹਾਡਾ ਪੁੱਤਰ ਨਾ ਤਾਂ ਬੱਚਿਆਂ ਦੇ ਨਾਲ ਖੇਡਦਾ ਹੈ ਔਰ ਨਾ ਹੀ ਕੋਈ ਐਕਟੀਵਿਟੀ ਕਰਦਾ ਹੈ। ਜਦੋਂ ਰਿਸੈਸ ਹੁੰਦੀ ਹੈ ਉਹ ਗਰਾਊਂਡ ਦੇ ਇੱਕ ਕੋਨੇ ਦੇ ਵਿੱਚ ਜਾ ਕੇ ਚੌਂਕੜੀ ਮਾਰ ਕੇ ਬੈਠ ਜਾਂਦਾ ਹੈ। ਹੁਣ ਉਹਦੇ ਮਾਂ-ਬਾਪ ਖੁਸ਼ ਤਾਂ ਸੀ ਕਿ ਇਹ ਚੰਗੀ ਰਾਹ ਤੇ ਤੁਰਦਾ ਪਿਆ ਹੈ, ਪਰ ਉਹਨਾਂ ਨੂੰ ਇਹ ਫਿਕਰ ਵੀ ਸੀ ਕਿ ਇਸ ਦੇ ਕਰਕੇ ਇਸ ਦੀ ਕਿਤੇ ਪੜ੍ਹਾਈ ਪਿੱਛੇ ਨਾ ਰਹਿ ਜਾਵੇ, ਇਹ ਕਿਤੇ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ। ਖੈਰ, ਇੱਕ ਦਿਨ ਉਹ ਲੜਕਾ ਰਾਤ ਨੂੰ ਚੌਂਕੜੀ ਮਾਰ ਕੇ ਬੈਠਿਆ ਤੇ ਸਾਰੀ ਰਾਤ ਹੀ ਚੌਂਕੜੀ ਮਾਰ ਕੇ ਬੈਠਾ ਰਿਹਾ ਤੇ ਸਵੇਰੇ ਤੜਕੇ ਉਹ ਸੋ ਗਿਆ। ਹੁਣ ਸਾਰੀ ਰਾਤ ਤੇ ਮਾਲਿਕ ਦੀ ਯਾਦ ਦੇ ਵਿੱਚ ਬੈਠਾ ਰਿਹਾ ਤੇ ਜਦ ਸੁੱਤਾ ਉਸ ਨੂੰ ਕੋਈ ਹੋਸ਼ ਨਹੀਂ ਕਿ ਕਿੱਥੇ ਪਿਆ ਹੈ ਤੇ ਕਿੱਥੇ ਨਹੀਂ ਪਿਆ ਹੈ। ਉਸ ਦਾ ਸਾਹ ਵੀ ਥੋੜਾ ਸਲੋ ਚੱਲਣ ਲੱਗ ਪਿਆ, ਸਾਹ ਦੀ ਸਪੀਡ ਵੀ ਘਟ ਗਈ। ਖੈਰ, ਜਦੋਂ ਉਸ ਦੀ ਮਾਂ ਨੇ ਉਸ ਨੂੰ ਉਠਾਇਆ ਸਕੂਲ ਜਾਣ ਵਾਸਤੇ ਤੇ ਉਹ ਨਾ ਉੱਠਿਆ। ਉਸ ਨੇ ਬੜਾ ਹਿਲਾਇਆ ਪਰ ਉਹ ਨਾ ਉੱਠਿਆ ਕਿਉਂਕਿ ਉਹ ਗਹਿਰੀ ਨੀਂਦ ਦੇ ਵਿੱਚ ਸੁੱਤਾ ਹੋਇਆ ਸੀ। ਜਦ ਉਸ ਦੀ ਮਾਂ ਨੇ ਉਸ ਦੇ ਸਾਹ ਨੂੰ ਵੀ ਚੈੱਕ ਕੀਤਾ ਤੇ ਉਸ ਨੂੰ ਲੱਗਾ ਕਿ ਸਾਹ ਨਹੀਂ ਚੱਲ ਰਹੇ। ਉਹ ਰੋਣ ਲੱਗ ਗਈ ਕਿ ਮੇਰੇ ਪੁੱਤਰ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਉਹਨਾਂ ਦੇ ਘਰ ਤੋਂ ਕੁਝ ਦੂਰ ਦੇ ਉੱਤੇ ਇੱਕ ਕਮਾਈ ਵਾਲੇ ਬਜ਼ੁਰਗ ਰਹਿੰਦੇ ਸੀ। ਉਹ ਦੌੜੀ ਉਸ ਬਜ਼ੁਰਗ ਦੇ ਕੋਲ ਗਈ ਤੇ ਉਹਨਾਂ ਨੂੰ ਬੁਲਾ ਕੇ ਲਿਆਈ। ਜਦ ਉਹ ਕਮਾਈ ਵਾਲੇ ਬਜ਼ੁਰਗ ਨੇ ਉਸ ਬੱਚੇ ਨੂੰ ਦੇਖਿਆ, ਚੈੱਕ ਕੀਤਾ ਤੇ ਉਸ ਬਜ਼ੁਰਗ ਨੇ ਕਿਹਾ ਕਿ ਬੀਬੀ, ਚਿੰਤਾ ਦੀ ਕੋਈ ਗੱਲ ਨਹੀਂ ਹੈ, ਤੇਰੇ ਪੁੱਤਰ ਨੂੰ ਕੁਝ ਨਹੀਂ ਹੋਇਆ। ਤੇਰਾ ਪੁੱਤਰ ਬਾਬਾ ਜੀ ਦੀ ਇੱਕ ਪਿਆਰੀ ਰੂਹ ਹੈ, ਤਾਂ ਹੀ ਇਹ ਬਚਪਨ ਤੋਂ ਹੀ ਉਸ ਮਾਲਕ ਦੇ ਨਾਲ ਜੁੜਿਆ ਹੋਇਆ ਹੈ। ਤੂੰ ਫਿਕਰ ਨਾ ਕਰ, ਇਹਨੂੰ ਸੌਣ ਦੇ, ਇਹ ਆਪ ਹੀ ਉੱਠ ਜਾਵੇਗਾ। ਤੂੰ ਚਿੰਤਾ ਨਾ ਕਰ, ਇਸ ਦਾ ਸਤਿਗੁਰੂ ਇਸ ਦੇ ਨਾਲ ਹੈ, ਉਹ ਸਭ ਠੀਕ ਕਰੇਗਾ। ਫਿਰ ਕੁਝ ਘੰਟਿਆਂ ਤੋਂ ਬਾਅਦ ਉਹ ਲੜਕਾ ਉੱਠ ਵੀ ਗਿਆ। ਸੰਗਤ ਜੀ, ਜਦ ਅਸੀਂ ਉਸ ਮਾਲਕ ਦੇ ਨਾਲ ਜੁੜਾਂਗੇ ਤੇ ਸਾਡੇ ਬੱਚੇ ਵੀ ਉਸ ਮਾਲਕ ਦੇ ਨਾਲ ਜੁੜਨਗੇ। ਅਗਰ ਅਸੀਂ satsang ਤੇ ਸੇਵਾ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਵਾਂਗੇ ਤੇ ਉਹਨਾਂ ਦਾ ਪਿਆਰ ਵੀ ਉਸ ਮਾਲਕ ਦੇ ਨਾਲ ਪਵੇਗਾ।
ਅਗਰ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਪਰਮਾਰਥ ਵੱਲ ਲੈ ਕੇ ਜਾਵਾਂਗੇ ਤੇ ਫਿਰ ਉਹ ਕਿਸ ਰਾਸਤੇ ਤੇ ਜਾਣਗੇ ਸਾਨੂੰ ਵੀ ਨਹੀਂ ਪਤਾ। ਇਸ ਲਈ ਅਸੀਂ ਆਪਣੇ ਬੱਚਿਆਂ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਉਣਾ ਹੈ, ਇਸ ਤਰ੍ਹਾਂ ਦਾ ਬਣਾ ਕੇ ਰੱਖਣਾ ਹੈ ਤਾਂ ਕਿ ਉਹਨਾਂ ਦਾ ਸ਼ੌਂਕ ਪਰਮਾਰਥ ਵੱਲ ਹੋਵੇ, ਨਾ ਕਿ ਵਿਅਰਥ ਚੀਜ਼ਾਂ ਵੱਲ। ਇਹ ਤਾਂ ਹੀ ਹੋ ਸਕੇਗਾ ਜੇ ਅਸੀਂ ਆਪਣੇ ਆਪ ਨੂੰ ਭਜਨ ਸਿਮਰਨ ਦੇ ਨਾਲ ਜੋੜ ਕੇ ਰੱਖਾਂਗੇ, ਉਸ ਮਾਲਕ ਦੇ ਨਾਲ ਜੋੜੇ ਰਵਾਂਗੇ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਭਜਨ ਸਿਮਰਨ ਨੂੰ ਪੂਰਾ ਵਕਤ ਦਈਏ ਤੇ ਆਪਣੇ ਬੱਚਿਆਂ ਨੂੰ ਵੀ ਉਸ ਪਰਮਾਰਥ ਦੇ ਨਾਲ ਜੋੜੀਏ ਤੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖੀਏ ਤੇ ਉਹਨਾਂ ਨੂੰ ਪੂਰਾ ਪਿਆਰ ਦਈਏ। ਸੋ ਸਾਧ ਸੰਗਤ ਜੀ, ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਅਗਰ ਤੁਸੀਂ ਐਸੀ ਹੀ ਸਾਖੀਆਂ ਸੁਣਨਾ ਪਸੰਦ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਆਪਣਾ ਪਿਆਰ ਦਿਓ ਜੀ।